ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਅੱਜ ਸ਼ੰਭੂ ਦੇ ਵਿੱਚ ਲੱਗੇ ਹੋਏ ਇਸ ਮੋਰਚੇ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਾਰੇ ਹੀ ਪੰਜਾਬ ਨਾਲ ਪਿਆਰ ਰੱਖਣ ਵਾਲੇ, ਪੰਜਾਬ ਦਾ ਦਰਦ ਰੱਖਣ ਵਾਲੇ ਭਰਾਵੋ, ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਦਬ ਸਹਿਤ ਬਾਜਾਂ ਵਾਲੇ ਪਾਤਸ਼ਾਹ ਦੀ ਬਖਸ਼ੀ ਫਤਿਹ ਬੁਲਾ ਕੇ ਆਪਣੇ ਵਿਚਾਰ ਸ਼ੁਰੂ ਕਰਦਾ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਚਰਾਹੇ ਦੇ ਉੱਤੇ ਆ ਕੇ ਪੰਜਾਬ ਖੜੋ ਗਿਆ ਹੈ। ਇਸ ਚਰਾਹੇ ਤੋਂ ਚਾਰ ਰਸਤੇ ਨਿਕਲਦੇ ਨੇ, ਪਰ ਕਿਹੜੇ ਰਸਤੇ ਨੂੰ ਪੰਜਾਬ ਦੇ ਜਾਇਆਂ ਨੇ ਅਪਣਾਉਣਾ ਹੈ, ਇਹਦੀ ਦੁਬਿਧਾ ਹੱਲੇ ਤੱਕ ਬਣੀ ਹੋਈ ਹੈ। ਕਈ ਸਾਡੇ ਭਰਾ ਆਖਦੇ ਨੇ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਸਮੱਸਿਆ ਹੱਲ ਹੋ ਜਾਊਗੀ। ਕਈ ਆਖਦੇ ਨੇ ਕਿ ਇਹਦੇ ਵਿੱਚ ਕੇਵਲ ਇੰਨੀ ਗੱਲ ਲਿਖ ਦਿੱਤੀ ਜਾਵੇ ਕਿ ਪੰਜਾਬ ਦੇ ਵਿੱਚੋਂ MSP ਖਤਮ ਨਹੀਂ ਕੀਤੀ ਜਾਊਗੀ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਕਈ ਆਖਦੇ ਨੇ ਜੇ ਇਹ ਗੱਲ ਲਿਖ ਦਿੱਤੀ ਜਾਵੇ ਕਿ MSP ਤੋਂ ਘੱਟ ਰੇਟ ਤੇ ਖਰੀਦ ਕਰਨ ਵਾਲੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਤਾਂ ਮੁਸੀਬਤ ਦਾ ਹੱਲ ਹੋ ਸਕਦਾ ਹੈ। ਪਰ ਨਹੀਂ ਭਰਾਵੋ, ਇਹ ਸਮੱਸਿਆ ਕੁਝ ਹੋਰ ਗੰਭੀਰ ਹੈ। ਗੰਭੀਰ ਕਿਵੇਂ ਹੈ? ਅੱਜ ਸਾਨੂੰ ਸੋਚਣ ਦੀ ਲੋੜ ਹੈ। ਸੋਚਣਾ ਇਹ ਪਵੇਗਾ ਕਿ ਕੀ ਅੱਜ ਕਿਸਾਨੀ ਬਿੱਲਾਂ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਸੰਤੁਸ਼ਟੀ ਵਾਲੇ ਸਨ? ਮੈਂ ਤੁਹਾਨੂੰ ਲੈ ਚੱਲਦਾ 1947 ਵਿੱਚ, ਜਦੋਂ 1947 ਦੇ ਵਿੱਚ ਇਸ ਦੇਸ਼ ਦੀ ਵੰਡ ਹੋਈ ਸੀ। ਇਸ ਦੇਸ਼ ਦੀ ਵੰਡ ਦੇ ਨਾਲ ਪੰਜਾਬ ਦੀ ਵੰਡ ਹੋਈ ਸੀ, ਪੰਜਾਬੀਆਂ ਦੀ ਵੰਡ ਹੋਈ ਸੀ। ਤੇ 47 ਦੀ ਵੰਡ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅਨਾਜ ਮੰਗਾਉਣ ਲਈ ਇਹ ਦੇਸ਼ ਦੂਜਿਆਂ ਮੁਲਕਾਂ ਤੇ ਨਿਰਭਰ ਕਰਦਾ ਸੀ। ਤਾਂ 1967 ਦੀਆਂ ਅਖਬਾਰਾਂ ਚੁੱਕ ਕੇ ਦੇਖ ਲਓ, ਉਸ ਸਮੇਂ ਦੇ ਰੇਡੀਓ ਪ੍ਰੋਗਰਾਮ ਚੁੱਕ ਕੇ ਦੇਖ ਲਓ, ਇੱਕ ਗੱਲ ਉਹਨਾਂ ਚੈਨਲਾਂ ਤੇ ਬਾਰ-ਬਾਰ ਦੁਹਰਾਈ ਜਾਂਦੀ ਸੀ ਕਿ ਜੇ ਪੰਜਾਬ ਦੀ ਧਰਤੀ ਨੂੰ, ਜੇ ਭਾਰਤ ਦੀ ਧਰਤੀ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਦੇ ਜਾਇਆਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਨੇ, ਤਾਂ ਹੁਣ ਦੇਸ਼ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਜਾਇਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਣੀ ਜ਼ਮੀਨ ਦੇ ਉੱਤੇ ਝੋਨੇ ਦੀ ਖੇਤੀ ਕਰਕੇ ਹਰਾ ਇਨਕਲਾਬ ਲਿਆਵੇ, ਤਾਂ ਜੋ ਇਸ ਦੇਸ਼ ਦੇ ਵਿੱਚ ਵਸ ਰਹੀ ਵਸੋਂ ਰੱਜਵੀਂ ਰੋਟੀ ਖਾ ਸਕੇ। ਅਸੀਂ ਪੰਜਾਬੀ ਕਦੇ ਇਸ ਦੇਸ਼ ਨੂੰ ਪਿੱਠ ਨਹੀਂ ਦਿਖਾਈ। ਜਦੋਂ ਸਿਰਾਂ ਦੀ ਲੋੜ ਪਈ, ਸਿਰ ਵਾਰਨੇ ਤੋਂ ਪਿੱਠ ਨਹੀਂ ਦਿਖਾਈ। ਜਦੋਂ ਹਰਾ ਇਨਕਲਾਬ ਲਿਆਉਣ ਦੀ ਗੱਲ ਕੀਤੀ ਗਈ, ਅਸੀਂ ਉਸ ਵਕਤ ਵੀ ਪਿੱਠ ਨਹੀਂ ਦਿਖਾਈ। ਪੰਜਾਬ ਦੀ ਧਰਤੀ ਤੇ ਹਰਾ ਇਨਕਲਾਬ ਆਇਆ, ਪਰ ਉਹਦਾ ਨੁਕਸਾਨ ਕੀ ਹੋਇਆ, ਇਹਦੇ ਤੇ ਚਰਚਾ ਅੱਜ ਸਾਨੂੰ ਕਰਨੀ ਬਣਦੀ ਹੈ। ਪਹਿਲਾਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ, ਆਪਾਂ ਆਪਣੀ ਜ਼ਮੀਨ 'ਚ ਛੋਲਿਆਂ ਦੀ ਖੇਤੀ ਕਰਦੇ ਸੀ, ਆਪਾਂ ਕਪਾਹ ਦੀ ਖੇਤੀ ਕਰਦੇ ਸੀ, ਆਪਾਂ ਦਾਲਾਂ ਦੀ ਖੇਤੀ ਕਰਦੇ ਸੀ, ਜਿਹੜੇ ਅਸੀਂ ਖਾਂਦੇ ਹੁੰਦੇ ਸੀ। ਪਰ ਅਸੀਂ ਉਹ ਸਾਰਾ ਕੁਝ ਬੰਦ ਕਰਕੇ ਜਦੋਂ ਝੋਨੇ ਦੀ ਖੇਤੀ ਸ਼ੁਰੂ ਕੀਤੀ ਤਾਂ ਉਹ ਝੋਨਾ ਇਸ ਧਰਤੀ ਦੀ ਰਵਾਇਤੀ ਫਸਲ ਨਹੀਂ ਸੀ। ਗੈਰ ਰਵਾਇਤੀ ਫਸਲ ਨੂੰ ਪੰਜਾਬ ਦੇ ਵਿੱਚ ਉਗਾਉਣ ਵਾਸਤੇ ਸਾਨੂੰ ਖਾਦਾਂ ਤੇ ਦਵਾਈਆਂ ਦਾ ਉਪਯੋਗ ਕਰਨਾ ਪਿਆ, ਵੱਡੀ ਮਾਤਰਾ 'ਚ ਰਸਾਇਣਕਾਂ ਦਾ ਉਪਯੋਗ ਕਰਨਾ ਪਿਆ। ਸਿੱਟਾ ਇਹ ਨਿਕਲਿਆ ਕਿ ਸਾਡੀ ਧਰਤੀ ਬੰਜਰ ਹੋਣ ਲੱਗ ਪਈ, ਸਾਡੀ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਘਟਣ ਲੱਗ ਪਈ, ਸਾਡੇ ਧਰਤੀ ਹੇਠਲੇ ਪਾਣੀ ਦਾ ਲੈਵਲ ਘਟਣ ਲੱਗ ਪਿਆ। ਤੇ ਸਾਨੂੰ ਆਰਥਿਕ ਮਾਰ ਮਾਰਨ ਵਾਸਤੇ ਕਿਹੜੀ ਵਿਉਂਤ ਘੜੀ ਗਈ? ਸਾਨੂੰ ਆਰਥਿਕ ਮਾਰ ਮਾਰਨ ਵਾਸਤੇ ਸਾਡੇ ਤੋਂ ਪਹਿਲਾਂ ਨਹਿਰੀ ਸਿੰਚਾਈ ਦਾ ਸਾਰਾ ਸਿਸਟਮ ਖੋਹ ਲਿਆ ਗਿਆ। ਪਹਿਲਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਪਿੰਡਾਂ ਦੇ ਵਿੱਚ ਸਿੰਚਾਈ ਨਹਿਰਾਂ ਤੇ ਸੂਇਆਂ ਦੇ ਨਾਲ ਹੁੰਦੀ ਸੀ। ਬੋਰ ਬਹੁਤ ਘੱਟ ਹੁੰਦੇ ਸੀ, ਤੁਸੀਂ ਪੰਜਾਬ ਦੇ ਵਿੱਚ ਜਾਣਦੇ ਹੋ। ਪਰ ਸਾਡੇ ਤੋਂ ਨਹਿਰੀ ਸਿੰਚਾਈ ਦਾ ਸਿਸਟਮ ਖੋਹ ਲਿਆ।
ਸਾਨੂੰ ਸਮਰਸੀਬਲ ਬੋਰ ਕਰਾਉਣ ਲਈ ਮਜਬੂਰ ਕਰ ਦਿੱਤਾ। ਇੱਕ ਪਾਸੇ ਅਸੀਂ ਰਸਾਇਣ ਸਿੱਟ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾਉਂਦੇ ਚਲੇ ਗਏ, ਦੂਜੇ ਪਾਸੇ ਅਸੀਂ ਹਰੇ ਇਨਕਲਾਬ ਦੇ ਪਿੱਛੇ ਲੱਗ ਕੇ ਆਪਣੇ ਧਰਤੀ ਦੇ ਪਾਣੀ ਨੂੰ ਵੀ ਘਟਾਉਂਦੇ ਚਲੇ ਗਏ। ਜਦੋਂ ਅਸੀਂ ਟੋਟਲੀ ਰਸਾਇਣਕਾਂ ਦੇ ਉੱਤੇ, ਖਾਦਾਂ ਤੇ ਦਵਾਈਆਂ ਦੇ ਉੱਤੇ ਨਿਰਭਰ ਕਰ ਗਏ ਕਿ ਬਿਨਾਂ ਦਵਾਈਆਂ ਤੋਂ ਸਾਡੀ ਖੇਤ ਦੇ ਵਿੱਚ ਕੋਈ ਫਸਲ ਨਹੀਂ ਹੋ ਸਕਦੀ, ਤਾਂ ਉਸ ਵੇਲੇ ਦਵਾਈਆਂ ਦੀ ਵੀ ਬਲੈਕ ਮਾਰਕੀਟਿੰਗ ਸ਼ੁਰੂ ਹੋ ਗਈ। ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਸਾਨੂੰ ਡਾਇਆ ਤੇ ਯੂਰੀਆ ਦਿੱਤਾ ਗਿਆ ਕਿ ਇਹ ਡਾਇਆ ਤੇ ਯੂਰੀਏ ਦਾ ਛਿੜਕਾਅ ਕਰਕੇ ਤੁਸੀਂ ਫਸਲ ਦੇ ਵਿੱਚੋਂ ਵਧੀਆ ਮੁਨਾਫਾ ਲੈ ਸਕਦੇ ਹੋ। ਜਦੋਂ ਅਸੀਂ ਡਾਏ ਤੇ ਯੂਰੀਏ ਦੇ ਉੱਤੇ ਨਿਰਭਰ ਕਰਨ ਲੱਗ ਪਏ, ਉਸ ਵੇਲੇ ਡਾਏ ਤੇ ਯੂਰੀਏ ਦੀ ਸ਼ਾਰਟੇਜ ਲਿਆ ਕੇ ਸਾਨੂੰ ਆਸੋ ਵਿੱਚ ਹੀ ਜੁੰਡੋ ਜੁੰਡੀ ਕਰਾਇਆ। ਹੁਣ ਤੁਸੀਂ ਡਾਏ ਤੇ ਯੂਰੀਏ ਦੇ ਬਦਲੇ ਲਾਈਨਾਂ 'ਚ ਲੱਗ ਕੇ ਆਪਣੇ ਹੀ ਭਰਾਵਾਂ ਦੇ ਨਾਲ ਲੜਦੇ ਭਿੜਦੇ ਹੋ ਕਿ ਮੈਨੂੰ ਬੋਰੇ ਘੱਟ ਮਿਲ ਰਹੇ ਆ, ਤੈਨੂੰ ਕਿਉਂ ਜ਼ਿਆਦਾ ਮਿਲ ਰਹੇ ਆ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਜਾਣਨ ਦੀ ਲੋੜ ਹੈ। ਫਿਰ ਇੱਕ ਹੱਲ ਕੱਢਿਆ ਇਸ ਸਮੇਂ ਦੀ ਹਕੂਮਤ ਨੇ। ਹੱਲ ਇਹ ਕੱਢਿਆ ਕਿ ਆਪਣੀਆਂ ਜ਼ਮੀਨਾਂ ਤੇ ਲੋਨ ਲੈ ਸਕਦੇ ਹੋ। ਜਦੋਂ ਬੇਰਵੈਤੀ ਫਸਲ ਉਗਾ ਕੇ ਪੰਜਾਬ ਦੀ ਧਰਤੀ ਤੇ ਅਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਾ ਬੈਠੇ, ਪਾਣੀ ਦਾ ਲੈਵਲ ਘਟਾ ਬੈਠੇ, ਫਿਰ ਅਸੀਂ ਨਸੇ ਪ੍ਰਾਈਵੇਟ ਬੈਂਕਾਂ ਵੱਲ। ਤੇ ਬੈਂਕਾਂ ਦਾ ਸਿਸਟਮ ਦੇਖ ਲਓ। ਜਦੋਂ ਬੈਂਕਾਂ ਨੇ ਤੁਹਾਨੂੰ ਖੇਤੀਬਾੜੀ ਵਾਸਤੇ ਲੋਨ ਦਿੱਤਾ ਤਾਂ ਕਿਸੇ ਬੈਂਕ ਨੇ ਇਹ ਨਹੀਂ ਦੇਖਿਆ ਕਿ ਤੁਹਾਡੇ ਖੇਤ ਦੇ ਵਿੱਚੋਂ ਉਪਜ ਕਿੰਨੇ ਦੀ ਹੁੰਦੀ ਹੈ। ਤੁਹਾਡੇ ਖੇਤ ਦੀ ਉਪਜ ਦੇਖ ਕੇ ਤੁਹਾਨੂੰ ਲੋਨ ਨਹੀਂ ਦਿੱਤਾ ਗਿਆ, ਤੁਹਾਡੇ ਖੇਤ ਦੀ ਕੀਮਤ ਦੇਖ ਕੇ ਤੁਹਾਨੂੰ ਲੋਨ ਦਿੱਤਾ ਗਿਆ। ਇੱਥੋਂ ਇਹ ਸਿੱਧ ਹੋ ਜਾਂਦਾ ਹੈ ਕਿ ਪਹਿਲੇ ਦਿਨ ਹੀ ਤੈਅ ਹੋ ਗਿਆ ਸੀ ਕਿ ਜਿਹੜਾ ਲੋਨ, ਜਿਹੜੀ ਲਿਮਟ ਅੱਜ ਕਿਸਾਨ ਚੁੱਕ ਰਿਹਾ ਹੈ, ਇਹ ਉਪਜ ਦੇ ਵਿੱਚੋਂ ਨਹੀਂ ਮੋੜ ਸਕਦਾ। ਜੇ ਇਸ ਨੇ ਇਹ ਲਿਮਟ ਤੋਂ ਹੱਡ ਛਡਾਉਣੇ ਨੇ ਤਾਂ ਇਸ ਨੂੰ ਆਪਣੀ ਜ਼ਮੀਨ ਜਾਂ ਤਾਂ ਵੇਚਣੀ ਪਊਗੀ ਜਾਂ ਫਿਰ ਆਪਣੀ ਜ਼ਮੀਨ ਬੈਂਕ ਨੂੰ ਜ਼ਬਤ ਕਰਾਉਣੀ ਪਊਗੀ। ਗਲਤ ਲੋਨ ਸਿਸਟਮ ਨੇ, ਗਲਤ ਪਾਣੀ ਦੀ ਵੰਡ ਨੇ, ਗਲਤ ਰਸਾਇਣਕਾਂ ਦੀ ਵਰਤੋਂ ਨੇ ਸਾਨੂੰ ਉਸ ਕਿਨਾਰੇ ਤੇ ਖੜਾ ਕਰ ਦਿੱਤਾ ਜਿੱਥੇ ਪੰਜਾਬ ਦੇ ਕਿਸਾਨਾਂ ਕੋਲ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਸਿਵਾਏ ਸਲਫਾਸ ਖਾ ਕੇ ਆਪਣੀ ਜਾਨ ਖਤਮ ਕਰਨ ਦੇ ਤੇ ਆਪਣੇ ਗਲਾਂ 'ਚ ਰੱਸੇ ਪਾ ਕੇ ਖੁਦਕੁਸ਼ੀਆਂ ਕਰਨ ਦੇ। ਖੁਦਕੁਸ਼ੀਆਂ ਦੇ ਰਸਤੇ ਪਏ ਕਿਸਾਨਾਂ ਲਈ ਇੱਕੋ ਇੱਕ ਰਸਤਾ ਫਿਰ ਖੋਲ੍ਹਿਆ ਗਿਆ। ਉਹ ਕਿਹੜਾ ਸੀ? ਅੱਜ ਤੁਸੀਂ ਪੰਜਾਬ ਦੀਆਂ ਸਾਰੀਆਂ ਸਟੇਟਾਂ 'ਚ ਝਾਤ ਮਾਰ ਕੇ ਦੇਖ ਲਓ, ਸਭ ਤੋਂ ਵੱਧ ਜੇ ਆਈਲਟ ਦੇ ਕੋਚਿੰਗ ਸੈਂਟਰ ਚੱਲ ਰਹੇ ਨੇ ਤਾਂ ਸਿਰਫ ਪੰਜਾਬ 'ਚ ਚੱਲ ਰਹੇ ਨੇ। ਕਿਉਂ? ਕਿਉਂਕਿ ਜਾਣ ਬੁੱਝ ਕੇ ਤੁਹਾਡੇ ਅੱਗੇ ਸਾਰੇ ਰਸਤੇ ਬੰਦ ਕਰਕੇ ਇੱਕੋ ਹੀ ਰਸਤਾ ਖੋਲ੍ਹਿਆ ਗਿਆ ਕਿ ਜੇ ਜਾਨ ਬਚਾਉਣੀ ਹੈ, ਜੇ ਭਵਿੱਖ ਬਚਾਉਣਾ ਹੈ, ਜੇ ਨਸਲ ਬਚਾਉਣੀ ਹੈ ਤੇ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਭੇਜ ਦਿਓ। ਤੁਸੀਂ ਜ਼ਮੀਨਾਂ ਵੇਚ ਕੇ, ਜ਼ਮੀਨਾਂ ਤੇ ਕਰਜ਼ਾ ਚੁੱਕ ਕੇ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਨੂੰ, ਆਪਣੇ ਭਤੀਜਿਆਂ ਨੂੰ ਪੰਜਾਬ ਤੋਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਤੇ ਅੱਜ ਸਾਨੂੰ ਸੋਚਣਾ ਪਊਗਾ ਕਿ ਫਿਰ ਪੰਜਾਬ ਦੀ ਲੜਾਈ ਲੜੂਗਾ ਕੌਣ? ਜੇ ਪੰਜਾਬ ਦੇ ਜਾਇਆਂ ਨੇ ਪੰਜਾਬ ਛੱਡ ਕੇ ਕੈਨੇਡਾ ਤੇ ਅਮਰੀਕਾ ਦੀ ਧਰਤੀ ਦੇ ਉੱਤੇ ਕਮਾਈਆਂ ਕਰਕੇ ਆਪਣੇ ਆਪ ਨੂੰ ਆਪਣੇ ਗੁਰੂਆਂ ਦੀ ਧਰਤੀ ਦੇ ਨਾਲੋਂ ਤੋੜ ਲੈਣਾ ਹੈ ਤੇ ਫਿਰ ਇਸ ਪੰਜਾਬ ਦੇ ਹੱਕਾਂ ਦੀ ਲੜਾਈ ਕੌਣ ਲੜੂਗਾ? ਸੋ ਇਸ ਕਰਕੇ ਭਰਾਵੋ, ਇਹ ਮਸਲਾ ਕੱਲਾ MSP ਦਾ ਨਹੀਂ। ਜੇ ਅੱਜ MSP ਮਿਲ ਵੀ ਜਾਵੇ, ਜੇ ਕਹਿ ਵੀ ਦਿੱਤਾ ਜਾਵੇ ਵੀ MSP ਜਿਹੜੀ ਹੈ ਉਹ ਪੱਕੇ ਤੌਰ ਤੇ ਲਾਗੂ ਰਹੂਗੀ, ਤਾਂ ਵੀ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ਕਿਉਂਕਿ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ। ਤੇ ਹੋਂਦ ਦੀ ਲੜਾਈ ਵਾਸਤੇ ਸਭ ਤੋਂ ਜ਼ਰੂਰੀ ਹੈ ਪੰਜਾਬ ਦੇ ਕਿਸਾਨਾਂ ਵਿੱਚ, ਪੰਜਾਬ ਦੇ ਬਛਿੰਦਿਆਂ ਵਿੱਚ ਪੰਜਾਬੀਅਤ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ। ਪੰਜਾਬੀਅਤ ਦੀ ਭਾਵਨਾ ਕਿਹੜੀ ਹੈ? ਦਿੱਲੀ ਦੇ ਤਖਤ ਤੇ ਕਾਬਲ ਦੇ ਤਖਤ ਦੇ ਵਿੱਚ ਇੱਕ ਤਖਤ ਐਸਾ ਸੀ ਜਿਹੜਾ ਹਰ ਮੁਸ਼ਕਲ ਸਮੇਂ 'ਚ ਅਡੋਲ ਰਿਹਾ ਹੈ, ਜਿਹਦੇ ਉੱਤੇ ਕਿਸੇ ਜੰਗ ਦਾ, ਕਿਸੇ ਵਿਪਤਾ ਦਾ ਕੋਈ ਅਸਰ ਨਹੀਂ ਪਿਆ। ਉਹ ਤਖਤ ਸੀ ਤੁਹਾਡਾ, ਤੇ ਤੁਹਾਡਾ ਤਖਤ ਸੀ ਤਖਤ ਲਾਹੌਰ ਦਾ। ਤੇ ਲਾਹੌਰ ਦੇ ਤਖਤ ਦੇ ਵਾਰਸਾਂ ਨੂੰ ਅੱਜ ਦਿੱਲੀ ਨੇ ਮੰਗ ਤੇ ਬਣਾ ਕੇ ਰੱਖ ਦਿੱਤਾ ਹੈ। ਬੇਸ਼ੱਕ ਸਾਨੂੰ ਅੱਜ ਇਸ ਗੱਲ ਦਾ ਗੁੱਸਾ ਲੱਗੇ, ਬੇਸ਼ੱਕ ਅਸੀਂ ਅੱਜ ਇਸ ਗੱਲ ਨੂੰ ਬੁਰਾ ਮਨਾਈਏ, ਪਰ ਆਪਣੀ ਔਕਾਤ ਮੰਗਤਿਆਂ ਤੋਂ ਵੱਧ ਕੁਝ ਨਹੀਂ। ਕਦੇ ਦਿੱਲੀ ਤੋਂ ਮੰਗਦੇ ਆ,
ਕਦੇ ਪੰਜਾਬ ਦੀ ਸਰਕਾਰ ਤੋਂ ਮੰਗਦੇ ਹਾਂ, ਜਿੰਨਾ ਚਿਰ ਪੰਜਾਬ ਆਪਣੀ ਖੁਦ ਮੁਖਤਿਆਰੀ ਦਾ ਹੱਕ ਨਹੀਂ ਲੈ ਲੈਂਦਾ, ਜਿੰਨਾ ਚਿਰ ਆਪਣੇ ਨਸੀਬਾਂ ਦੇ ਫੈਸਲੇ ਪੰਜਾਬ ਦੇ ਜਾਏ ਆਪ ਨਹੀਂ ਕਰਨਾ ਸ਼ੁਰੂ ਕਰਦੇ, ਉਹਨਾਂ ਚਿਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਤੇ ਸਪਸ਼ਟ ਸੁਨੇਹਾ ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਜਾਇਆਂ ਨੂੰ ਦੇਣਾ ਚਾਹੁੰਦੇ ਆ ਕਿ ਜੇ ਪੰਜਾਬ ਬਚਾਉਣਾ ਹੈ, ਜੇ ਪੰਜਾਬ ਦੀ ਹੋਂਦ ਬਚਾਉਣੀ ਹੈ, ਜੇ ਪੰਜਾਬੀਅਤ ਬਚਾਉਣੀ ਹੈ, ਜੇ ਪੰਜਾਬ ਦੀ ਬੋਲੀ ਬਚਾਉਣੀ ਹੈ, ਜੇ ਪੰਜਾਬ ਦੀ ਕਿਸਾਨੀ ਬਚਾਉਣੀ ਹੈ, ਤੇ ਅੱਜ ਸਾਨੂੰ ਪੰਜਾਬ ਦੇ ਲਈ ਉੱਠ ਖੜੋਣਾ ਪਵੇਗਾ। ਜੇ ਅੱਜ ਵੀ ਪੰਜਾਬ ਦੀ ਖਾਤਰ ਅਸੀਂ ਖੜੇ ਨਾ ਹੋਏ ਤਾਂ ਯਾਦ ਰੱਖਿਓ, ਅੱਜ ਤਾਂ ਅਸੀਂ 1947 ਦੀਆਂ ਗੱਲਾਂ ਕਰਕੇ ਅਫਸੋਸ ਜਤਾ ਲੈਂਦੇ ਹਾਂ, ਅੱਜ ਅਸੀਂ 1984 ਦੀਆਂ ਗੱਲਾਂ ਯਾਦ ਕਰਕੇ ਅਫਸੋਸ ਜਤਾ ਲੈਂਦੇ ਹਾਂ, ਪਰ ਜਿਹੜੀਆਂ ਗਲਤੀਆਂ ਅੱਜ ਕਰ ਲਵਾਂਗੇ ਉਹਨਾਂ ਦਾ ਅਫਸੋਸ ਜਤਾਉਣ ਵਾਸਤੇ ਭਵਿੱਖ ਦੇ ਵਿੱਚ ਸਾਨੂੰ ਸਮਾਂ ਨਹੀਂ ਮਿਲੇਗਾ। ਸੋ ਅੰਤ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੋਰਚੇ ਛੋਟੇ ਨਹੀਂ ਹੋਇਆ ਕਰਦੇ, ਮੋਰਚੇ ਲੰਬੇ ਹੋਇਆ ਕਰਦੇ ਨੇ। ਸੰਘਰਸ਼ ਕਦੇ ਵੀ ਸੌਖੇ ਨਹੀਂ ਹੋਇਆ ਕਰਦੇ, ਸੰਘਰਸ਼ ਹਮੇਸ਼ਾ ਔਖੇ ਹੋਇਆ ਕਰਦੇ ਨੇ। ਇੱਕ ਗੱਲ ਯਾਦ ਰੱਖੋ, ਜੇ ਅੱਜ ਏਸੀ ਦੇ ਕਮਰਿਆਂ ਦਾ ਸੁੱਖ ਛੱਡ ਕੇ, ਮਖਮਲੀ ਸੇਜਾਂ ਦਾ ਸੁੱਖ ਛੱਡ ਕੇ ਤੁਸੀਂ ਸ਼ੰਭੂ ਦੇ ਲੱਗੇ ਹੋਏ ਮੋਰਚੇ ਦੇ ਉੱਤੇ ਦਿਨ ਰਾਤ ਪਹਿਰਾ ਦੇ ਰਹੇ ਹੋ, ਇਹ ਦਿਲ ਚੋਂ ਗੱਲ ਕੱਢ ਦਿਓ ਕਿ ਤੁਹਾਡੇ ਵੱਲੋਂ ਇੱਥੇ ਝੱਲੇ ਹੋਏ ਦੁੱਖ, ਝੱਲੀਆਂ ਹੋਈਆਂ ਮੁਸ਼ਕਲਾਂ ਦਾ ਪੰਜਾਬ ਨੂੰ ਫਾਇਦਾ ਨਹੀਂ ਹੋਊਗਾ, ਯਕੀਨਨ ਫਾਇਦਾ ਹੋਊਗਾ। ਪੰਜਾਬ ਦੀ ਅੱਖ ਅੱਜ ਸ਼ੰਭੂ ਮੋਰਚੇ ਤੇ ਲੱਗੀ ਹੋਈ ਹੈ। ਭਾਵੇਂ ਮੋਰਚੇ ਪੰਜਾਬ ਦੇ ਚੱਪੇ ਚੱਪੇ 'ਚ ਲੱਗੇ ਹੋਏ ਨੇ, ਪਰ ਸਾਰਿਆਂ ਦੀ ਅੱਖ ਸ਼ੰਭੂ ਮੋਰਚੇ ਤੇ ਇਸ ਕਰਕੇ ਲੱਗੀ ਹੋਈ ਹੈ ਕਿਉਂਕਿ ਇਸ ਧਰਤੀ ਤੋਂ ਮੁੜ ਪੰਜਾਬ ਦੇ ਸਿਰ ਸਰਦਾਰੀ ਆਉਣ ਦੀ ਚਿਣਗ ਫੁੱਟ ਰਹੀ ਹੈ। ਇਸ ਧਰਤੀ ਤੋਂ ਇੱਕ ਸੁਨੇਹਾ ਪੰਜਾਬੀਆਂ ਨੂੰ ਜਾ ਰਿਹਾ ਹੈ ਕਿ ਪੰਜਾਬ ਦੇ ਸਿਰੋਂ ਲੱਥੀ ਹੋਈ ਪੱਗ ਮੁੜ ਪੰਜਾਬ ਦੇ ਸਿਰ ਤੇ ਬੰਨਣ ਦਾ ਮੌਕਾ ਆ ਗਿਆ ਹੈ, ਵੇਲਾ ਆ ਗਿਆ ਹੈ। ਤੇ ਇਸ ਵੇਲੇ ਨੂੰ ਭਾਂਫਦੇ ਹੋਏ ਨੌਜਵਾਨਾਂ ਨੂੰ ਇਕੱਤਰ ਹੋ ਕੇ ਲਾਮਬੰਦ ਹੋਣਾ ਪਊਗਾ, ਆਪਣੇ ਸੰਘਰਸ਼ ਲਈ ਅੱਗੇ ਹੋ ਕੇ ਲੜਾਈ ਲੜਨੀ ਪਊਗੀ। ਸੋ ਮੈਂ ਬਹੁਤ ਧੰਨਵਾਦੀ ਹਾਂ ਬਾਈ ਦੀਪ ਸਿੱਧੂ ਹੁਣਾਂ ਦਾ, ਇਸ ਮੋਰਚੇ ਦੇ ਪ੍ਰਬੰਧਕਾਂ ਦਾ, ਔਰ ਅਸੀਂ ਆਪਣੇ ਵੱਲੋਂ ਇਸ ਗੱਲ ਦਾ ਐਲਾਨ ਕਰਦੇ ਹਾਂ ਕਿ ਜਿੰਨਾ ਸਮਾਂ ਮੋਰਚੇ ਦੇ ਪ੍ਰਬੰਧਕ ਇਸ ਮੋਰਚੇ ਦੇ ਉੱਤੇ ਡਟੇ ਰਹਿਣਗੇ, ਅਸੀਂ ਇਹਨਾਂ ਦਾ ਪੂਰਾ ਸਮਰਥਨ ਕਰਾਂਗੇ। ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨੀ ਵੀ ਲੈ ਕੇ ਆਵਾਂਗੇ, ਸੰਗਤਾਂ ਵੀ ਲੈ ਕੇ ਆਵਾਂਗੇ, ਪਰ ਗੱਲ ਪ੍ਰਬੰਧਕਾਂ ਦੇ ਉੱਤੇ ਆ ਕੇ ਢੁਕਦੀ ਹੈ ਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਡੋਲਿਓ ਨਾ, ਤੁਹਾਨੂੰ ਡਲਾਉਣ ਵਾਸਤੇ ਵੱਡੀਆਂ ਸਾਜ਼ਿਸ਼ਾਂ ਹੋਣਗੀਆਂ, ਤੁਹਾਨੂੰ ਡਲਾਉਣ ਵਾਸਤੇ ਬੜੀਆਂ ਨੀਤੀਆਂ ਘੜੀਆਂ ਜਾਣਗੀਆਂ, ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਪੈਂਤੜੇ ਅਪਣਾਉਣਗੀਆਂ। ਹੋ ਸਕਦਾ ਇੱਥੇ ਤਸ਼ੱਦਦ ਵੀ ਹੋਵੇ, ਹੋ ਸਕਦਾ ਪਾਣੀ ਦੀਆਂ ਬਸ਼ਾਰਾਂ ਵੀ ਹੋਣ, ਪਰ ਅੱਜ ਕੋਈ ਵੀ ਤਸ਼ੱਦਦ ਇੰਨਾ ਜ਼ਿਆਦਾ ਖਤਰਨਾਕ ਨਹੀਂ ਜਿੰਨਾ ਖਤਰਨਾਕ ਏਜੰਡਾ ਦਿੱਲੀ ਤੁਹਾਡੇ ਪੰਜਾਬ ਵਾਸਤੇ ਘੜੀ ਬੈਠੀ ਹੈ। ਜੇ ਅੱਜ ਦਿੱਲੀ ਦੇ ਏਜੰਡੇ ਨੂੰ ਨਾ ਰੋਕਿਆ ਤੇ ਆਉਣ ਵਾਲੇ ਸਮੇਂ 'ਚ ਨਾ ਤੁਹਾਡੀ ਫਸਲ ਰਹੇਗੀ, ਨਾ ਤੁਹਾਡੀ ਨਸਲ ਰਹੇਗੀ। ਫਸਲਾਂ ਤੇ ਨਸਲਾਂ ਦੀ ਲੜਾਈ ਹੈ। ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਜੇ ਤੁਸੀਂ ਤਿਆਰ ਹੋ ਤਾਂ ਇੱਕ ਜਕਾਰਾ ਛੱਡਾਂਗਾ, ਜਕਾਰੇ ਦਾ ਜਵਾਬ ਬੜੀ ਚੜ੍ਹਦੀ ਕਲਾ ਨਾਲ ਦੇ ਦਿਆ ਜੇ, ਤਾਂ ਜੋ ਮੀਡੀਆ ਦੇ ਰਾਹੀਂ ਪੰਜਾਬ ਨੂੰ ਸੁਨੇਹਾ ਪਹੁੰਚ ਜਾਵੇ ਕਿ ਭਾਵੇਂ ਸ਼ੰਭੂ ਮੋਰਚੇ ਦੀ ਲੀਡਰਸ਼ਿਪ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ, ਭਾਵੇਂ ਸ਼ੰਭੂ ਮੋਰਚੇ ਦੀ ਲੀਡਰਸ਼ਿਪ ਨੂੰ ਕੋਈ ਕਿਸੇ ਧਿਰ ਨਾਲ ਜੋੜ ਰਿਹਾ, ਕੋਈ ਕਿਸੇ ਧਿਰ ਨਾਲ ਜੋੜ ਰਿਹਾ ਹੈ, ਪਰ ਇਹ ਮੋਰਚਾ ਕਿਸੇ ਧਿਰ ਦਾ ਮੋਰਚਾ ਨਹੀਂ, ਇਹ ਪੰਜਾਬ ਦਾ ਮੋਰਚਾ ਹੈ, ਪੰਜਾਬੀਅਤ ਦਾ ਮੋਰਚਾ ਹੈ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।